ਸਫਦਰ ਸਾਹਿਬ ਜਨਾਬ, ਇਹਨਾਂ ਦਾ ਪੱਠੀ ਵੀ ਹੈ ਬਾਂਸ ਦੀ ਤੇ ਨਾਲ ਇਹ ਬਾਂਸ ਦੀ ਜਿਹੜਾ ਨਾ ਖਰੀਦ ਕੇ ਬਾਗ ਤੋਂ ਖਰੀਦਦੇ ਵੀ ਨੇ ਤੇ ਨਾਲ ਉਹਦੀ ਇਹ ਅੱਗੇ ਪ੍ਰੋਸੈਸਿੰਗ ਵੀ ਕਰਦੇ ਨੇ। ਜੀ ਸਫਦਰ ਸਾਹਿਬ, ਇਹ ਦੱਸੋ ਕਿ ਪਹਿਲੇ ਤਾਂ ਦੱਸੋ ਕਿ ਇਹ ਜਿਹੜੀ ਕਲਮ ਕਿਸ ਤਰ੍ਹਾਂ ਤਿਆਰ ਹੁੰਦੀ ਹੈ, ਜਿਹੜੀ ਪੌਦਾ ਇਹ ਤਿਆਰ ਹੁੰਦਾ ਹੈ? ਸਰ ਜੀ ਇਹ ਜਿਹੜੀ ਗੰਢ ਹੈ ਨਾ ਜੀ, ਇਹ ਉਤਾਰੀ ਜਾਂਦੀ ਹੈ। ਠੀਕ ਹੈ। ਇਹ ਉਤਾਰ ਕੇ ਫਿਰ ਇੱਥੋਂ ਕੱਟ ਕੇ ਨਾ ਇੱਥੋਂ ਕੱਟ ਕੇ ਠੀਕ ਹੈ। ਫਿਰ ਇਹ ਜ਼ਮੀਨ 'ਚ ਇਹਨੂੰ ਦੱਬਿਆ ਜਾਂਦਾ ਯਾਨੀ ਕਿ ਕਲਮ ਜਿਹੜੀ ਹੈ ਨਾ, ਜਦੋਂ ਵੀ ਤੁਸੀਂ ਤਿਆਰ ਕਰਨੀ ਇੱਥੋਂ ਕੱਟਣ ਦੇ ਬਜਾਏ ਇਹਦੇ ਨਾਲੋਂ ਤੁਸੀਂ ਨਾਲੋਂ ਚੰਗਾ ਰਗੜ ਕੇ ਕੱਟਣਾ, ਕੱਟ ਕੇ ਜਨਾਬ ਇਹਨੂੰ ਤਿਆਰ ਕਰਨਾ ਹੈ। ਇਹਨੂੰ ਤਿਆਰ ਕਰਕੇ ਇਹਨੂੰ ਪਹਿਲੇ ਪਾਣੀ 'ਚ ਕਹਿੰਦੇ ਨੇ ਜੀ 2 ਹਫ਼ਤਾ ਇੱਕ ਪਾਣੀ 'ਚ ਰੱਖੋ। ਜੀ ਜੀ। ਉਸ ਤੋਂ ਬਾਅਦ ਫਿਰ ਇਹਨੂੰ ਜ਼ਮੀਨ 'ਚ ਲਾ ਦਿਓ, ਜਿਸ ਤਰ੍ਹਾਂ ਮਤਲਬ ਇਹ ਵਾਲੇ ਛਿਲਕੇ ਉਤਾਰ ਕੇ ਜਦੋਂ ਇਹਦੀ ਨਿਕਲ ਆਣਗੇ ਪੱਤੇ, ਜਿਹੜਾ ਥੱਲੇ ਜੜਾ ਨਿਕਲ ਆਣਗੀਆਂ, ਫਿਰ ਉਤਾਰ ਕੇ ਤੁਸੀਂ ਲਗਾ ਦਿਓ। ਲਾ ਦੇ, ਫਿਰ 2 ਸਾਲ ਬਾਅਦ ਪੌਦਾ ਬਣ ਜਾਏਗਾ ਤੁਹਾਡਾ। ਅੱਛਾ, ਇਹ ਦੱਸੋ ਕਿ ਜਿਹੜਾ ਤੁਸੀਂ ਇਹ ਜੰਗਲ ਕੱਟਿਆ ਹੈ ਤਕਰੀਬਨ ਇਹ ਬਾਂਸ ਦਾ, ਇਹ ਏਕੜ ਦਾ ਤੁਸੀਂ ਤਕਰੀਬਨ ਏਕੜ ਵਿੱਚ ਕਿਤਨੇ ਪੌਦੇ ਹੁੰਦੇ ਨੇ ਤੇ ਫੀ ਏਕੜ ਤੁਸੀਂ ਕਿਤਨੇ ਦਾ ਖਰੀਦੇ ਹੋ? ਸਾਰੇ ਮੁxtਲਿਫ ਪੌਦੇ ਹੁੰਦੇ ਨੇ, ਕਿਸੇ 2000 ਹੁੰਦਾ, ਕਿਸੇ 2500 ਹੁੰਦਾ, ਕਿਸੇ 3000 ਹੁੰਦਾ ਤੇ ਫਿਰ ਉਹ ਡੰਡਿਆਂ ਦੇ ਹਿਸਾਬ ਨਾਲ ਹੀ ਕੀਮਤ ਹੁੰਦੀ। ਕੋਈ 5 ਲੱਖ ਦਾ ਹੁੰਦਾ, ਕੋਈ 4 ਲੱਖ ਦਾ ਹੁੰਦਾ, ਕੋਈ 7 ਲੱਖ ਦਾ ਹੁੰਦਾ। ਠੀਕ ਹੈ ਜੀ। ਇਹ ਮੁxtਲਿਫ ਹੁੰਦਾ। ਇਹ ਤੇ ਤੁਸੀਂ ਬਹਾਲੇ ਇੱਕ ਅੱਜ ਤੋਂ 3 ਮਹੀਨੇ ਪਹਿਲੇ ਦੀ ਇੱਕ ਛਾਂਟ ਕਰ ਚੁੱਕੇ ਹੋ? ਇੱਕ ਛਾਂਟ ਕਰ ਦਿੱਤੀ, ਇਹਦੀ 3 ਮਹੀਨੇ ਪਹਿਲੇ ਛਾਂਟ ਕਰੀ ਦੀ ਹੈ, 9ਵੇਂ 10ਵੇਂ 11ਵੇਂ ਮਹੀਨੇ 'ਚ। ਠੀਕ ਹੈ। ਬਾਕੀ ਫਿਰ ਖੜਾ ਹੁੰਦਾ, ਬਾਕੀ ਪੱਕ ਜਾਂਦਾ। ਠੀਕ ਹੈ। ਫਿਰ ਇਹ ਦੇਖੋ ਨਾ, ਹੁਣ ਪਿੱਛੇ ਮਾਰੋ, ਇਹ ਸਾਰਾ ਫਿਰ ਕਲੀਅਰ ਕਰ ਦੇ। ਇਹ ਸਾਰਾ ਕਲੀਅਰ ਹੋ ਗਿਆ। ਇੱਧਰ ਵੀ ਇਹ ਬਾਂਸ ਸਾਰਾ ਜਿਹੜਾ ਕੱਟਿਆ ਪਿਆ, ਇਹ ਪੂਰਾ ਬਾਗ ਜਿਹੜਾ ਸੀ। ਤੇ ਏਕੜ ਤੁਸੀਂ ਕਿਤਨੇ ਪੈਸੇ ਦਿੰਦੇ ਹੋ ਜਾਂ ਕਾਸ਼ਤਕਾਰ ਨੂੰ ਜਿਹੜੇ ਕਿ ਖਰੀਦਦੇ ਹੋ? ਸਾਰੇ ਮੁxtਲਿਫ ਹੁੰਦਾ ਨਾ, ਕੋਈ 3 ਲੱਖ ਦਾ ਹੁੰਦਾ, ਕੋਈ 6 ਲੱਖ ਦਾ ਹੁੰਦਾ, ਕੋਈ 4 ਲੱਖ ਦਾ ਹੁੰਦਾ। ਕੋਈ ਜੰਗਲ 2 ਸਾਲ ਦਾ ਹੁੰਦਾ, ਕੋਈ 4 ਸਾਲ ਦਾ ਹੁੰਦਾ, ਕੋਈ 5 ਸਾਲ ਦਾ ਹੁੰਦਾ। ਤੇ ਤੁਸੀਂ ਕੀ ਕਹਿੰਦੇ ਹੋ ਕਿ ਕਾਸ਼ਤਕਾਰ ਨੂੰ ਇਹ ਦੇ ਅੰਦਰ ਜ਼ਿਆਦਾ ਲਾਣਾ ਚਾਹੀਦਾ ਹੈ ਤਾਂ ਕਿ ਕਾਸ਼ਤਕਾਰ ਨੂੰ ਵੀ ਫਾਇਦਾ ਹੋਵੇ ਤੇ ਲੋਕ ਵੀ ਜਿਹੜੇ ਨੇ? ਜੀ, ਕਾਸ਼ਤਕਾਰ ਨੂੰ ਲਾਣਾ ਚਾਹੀਦਾ ਹੈ। ਬਾਕੀ ਫਸਲਾਂ ਜਿਹੜੀਆਂ ਨੇ, ਬਾਗ ਹੋ ਗਿਆ ਜਾਂ ਕਣਕ ਹੋ ਗਈ, ਉਹਦੀ ਮਿਹਨਤ ਜ਼ਿਆਦਾ ਹੈ। ਠੀਕ ਹੈ। ਉਹਦੇ ਨਾਲ ਇਹਦੀ ਮਿਹਨਤ ਘੱਟ ਹੈ। ਠੀਕ ਹੈ। ਚਲੋ, ਬੜੀ ਮਿਹਰਬਾਨੀ ਸਰ। ਅਮਜਦ ਮਸੂਦ ਗੋਂਦਲ ਸਾਹਿਬ ਜਨਾਬ, ਇਹ ਇਹਨਾਂ ਦਾ ਇਹ ਬਾਗ ਹੈ, ਸਮਝ ਲਓ ਇਹਨਾਂ ਦਾ ਜੰਗਲ ਹੈ ਤੇ ਇਹ ਦੇ ਕਾਸ਼ਤਕਾਰ ਨੇ। ਇਹਨਾਂ ਕੋਲ ਪੁੱਛਣਾ ਕਿ ਇਹ ਸਰ ਕਿੰਨੇ ਅਰਸੇ ਤੋਂ ਤੁਹਾਡਾ ਇਹ ਜੰਗਲ ਖੜਾ ਹੈ ਤੇ ਕਿੰਨੇ ਅਰਸੇ ਤੋਂ ਇਹ ਕੰਮ ਹੋ ਰਿਹਾ ਤੁਹਾਡਾ? ਇਹ ਸਰ ਤਕਰੀਬਨ ਅਸੀਂ 35-40 ਸਾਲ ਤੋਂ ਇਹ ਜੰਗਲ ਹੈ ਸਾਡਾ। ਠੀਕ ਹੈ। ਤੁਸੀਂ ਕਹਿ ਰਹੇ ਸੋ ਮੈਂ 4th-5ਵੀਂ ਕਲਾਸਾਂ ਸ਼ੁਰੂ ਕਰ ਰਹੇ ਹੋ ਜੀ, ਤੇ ਇਹ ਹਰ 4 ਸਾਲ ਬਾਅਦ ਤੁਸੀਂ ਫਸਲ ਕੱਟਦੇ ਹੋ? ਜੀ, ਪਹਿਲੀ ਕਟਾਈ ਜਿਹੜੀ ਉਹ 4 ਸਾਲ ਬਾਅਦ ਹੁੰਦੀ ਹੈ, ਅੱਗੋਂ ਫਿਰ ਦੂਸਰੇ ਸਾਲ ਤੀਸਰੇ ਸਾਲ ਜਿਉਂ ਮਤਲਬ ਰੇਟ ਲੱਗੇ ਉਸ ਦੇ ਹਿਸਾਬ। ਠੀਕ ਹੈ। ਇਹ ਤਕਰੀਬਨ ਤੁਸੀਂ ਕਿਤਨੇ ਏਕੜ ਤੇ ਤੁਹਾਡਾ ਇਹ ਸਾਰਾ ਖਾਨਦਾਨ ਦਾ ਕਿੰਨੀ ਜਗ੍ਹਾ ਹੈ ਜਿਹਦੇ ਤੇ ਜੰਗਲ ਹੈ? ਸਾਡੇ ਸਾਰੇ ਭਾਈਆਂ ਦਾ ਹੈ 20 ਏਕੜ। 20 ਏਕੜ। ਤੇ ਤੁਸੀਂ ਹੋਰ ਵੀ ਮਾਲਟੇ ਦਾ ਬਾਗ ਵੀ, ਕਣਕ ਦੀ ਡੰਗਰ ਸਿੰਘਾਂ ਵੀ ਰੱਖੇ ਨੇ? ਜੀ ਹੈ, ਡੰਗਰ ਵੀ ਰੱਖੇ ਨੇ, ਮਾਲਟਾ ਵੀ ਹੈ। ਤੇ ਮਾਲਟੇ ਤੇ ਕਣਕ ਤੇ ਇਹ ਬਾਂਸ ਦੇ ਮੁਕਾਬਲੇ ਤੁਸੀਂ ਆਪਸ ਵਿੱਚ ਜ਼ਰਾ, ਉਹ ਤਾਂ ਹਰ ਚੀਜ਼ ਦੀ ਆਪਣੀ ਵੈਲਿਊ ਹੈ, ਲੇਕਿਨ ਇਹਦੀ ਤੇ ਉਹਦੇ ਬਾਰੇ ਤੁਸੀਂ ਕੋਈ ਦੱਸੋ ਕਿ ਕੀ ਫਰਕ ਹੈ? ਇਹਦੇ 'ਚ ਫਰਕ ਇਹ ਹੈ ਸਰ, ਅਗਰ ਮੌਸਮ ਖਰਾਬ ਹੋ ਗਿਆ, ਵਕਤੀ ਤੌਰ ਤੇ ਕਟਾਈ ਨਹੀਂ ਹੋਈ ਜੀ, ਤੇ ਇਸ ਦਾ ਮਤਲਬ ਨੁਕਸਾਨ ਕੋਈ ਨਹੀਂ। ਠੀਕ ਹੈ। ਅਗਰ 1 ਸਾਲ ਅਬਾਵ ਹੋ ਜਾਵੇ ਤਾਂ ਵੀ ਕੋਈ ਨਹੀਂ ਨੁਕਸਾਨ, ਬਲਕਿ ਜਿੰਨਾ ਅਰਸਾ ਵੱਧਦੀ ਜਾਏਗੀ ਉਤਨਾ ਇਹ ਕੀਮਤ ਵਧੇਗੀ। ਠੀਕ। ਦੂਸਰਾ ਮਤਲਬ ਕਿੰਨੂ ਹੈ ਉਹਦਾ ਮੌਸਮੀ ਫਲ ਹੈ, ਉਹ ਖਰਾਬ ਹੋ ਸਕਦਾ ਜੇ ਵਕਤ ਤੌਰ ਤੇ ਕਟਾਈ ਨਾ ਹੋਵੇ ਤੇ। ਅੱਛਾ, ਇੱਕ ਗੱਲ ਦੱਸੋ ਕਿ ਸਾਡਾ ਹੁਣ ਅਸੀਂ ਸਰਗੋਦਾ 'ਚ ਫਿਰੇ ਹਾਂ ਇੱਥੇ, ਲੇਕਿਨ ਅਸੀਂ ਕੋਈ ਬਾਕਾਇਦਾ ਅੱਛੀ ਕਿਸਮ ਦੀ ਫੈਕਟਰੀ ਨਹੀਂ ਦੇਖੀ ਜਿੱਥੇ ਕਿ ਅੱਛੇ ਤਰੀਕੇ ਨਾਲ ਚੀਜ਼ਾਂ ਬਣਦੀਆਂ ਹੋਣ। ਮਾਸ਼ਾਅੱਲਾ, ਤੁਹਾਡਾ 20 ਏਕੜ ਦਾ ਬਾਗ ਹੈ, ਤੁਸੀਂ ਤਾਂ ਆਮਦਨੀ ਵੀ ਤੁਹਾਡੀ ਠੀਕ ਹੋਏਗੀ। ਤੇ ਤੁਸੀਂ ਕਦੀ ਸੋਚਿਆ ਹੈ ਕਿ ਤੁਸੀਂ ਇਸ ਬਾਂਸ ਨੂੰ ਖੁਦ ਵੀ ਇਸਤੇਮਾਲ ਕਰਕੇ ਤੇ ਤੁਸੀਂ ਆਪਣੇ ਬੱਚਿਆਂ ਨੂੰ, ਜਿਹੜੇ ਤੁਹਾਡੇ ਨੌਜਵਾਨ ਬੱਚੇ ਨੇ, ਪੜ੍ਹੇ ਲਿਖੇ ਬੱਚੇ ਨੇ, ਉਹਨਾਂ ਨੂੰ ਇਸ ਬਿਜ਼ਨਸ ਦੇ ਅੰਦਰ, ਫਰਨੀਚਰ ਬਿਜ਼ਨਸ ਨਾਲ ਲੈ ਕੇ ਆਓ? ਜਿਸ ਤਰ੍ਹਾਂ ਚਾਈਨਾ 'ਚ ਦੇਖਦੇ ਹੋ ਕਿ ਬਾਂਸਾਂ ਦੇ ਬੜੇ ਅੱਛੇ ਚੀਜ਼ਾਂ ਬਣਦੀਆਂ ਨੇ, ਤੇ ਤੁਹਾਡਾ ਇਹ ਸ਼ੌਕ ਨਹੀਂ ਪੈਦਾ ਹੋਇਆ ਕਿ ਬੱਚੇ ਤੁਹਾਡੇ ਇਸ 20 ਏਕੜ ਦੇ ਇਸ ਬਾਂਸ ਤੋਂ ਕਰੋੜਾਂ ਰੁਪਏ ਕਮਾ ਸਕਦੇ ਨੇ? ਇਹ ਤੁਹਾਡਾ ਖਿਆਲ ਨਹੀਂ ਆਇਆ? ਉਹਦੇ ਵਾਸਤੇ ਸਰ ਹੋਰ ਇਨਵੈਸਟਮੈਂਟ ਦੀ ਵੀ ਜ਼ਰੂਰਤ ਹੈ। ਇਨਵੈਸਟਮੈਂਟ ਇਤਨੀ ਜ਼ਮੀਨਦਾਰ ਕੋਲ ਨਹੀਂ ਹੁੰਦੀ। ਠੀਕ ਹੈ। ਹਰ 4 ਸਾਲ ਬਾਅਦ, 5 ਸਾਲ ਬਾਅਦ, 3 ਸਾਲ ਬਾਅਦ ਇਹਦੀ ਕਟਾਈ ਹੁੰਦੀ ਹੈ, ਅੱਗੋਂ ਫਿਰ ਡਿਵਾਈਡ ਹੋ ਜਾਂਦਾ। ਠੀਕ ਹੈ। ਇਤਨੇ ਬੰਦੇ ਕੋਲ ਹੁੰਦੀ ਨਹੀਂ, ਕਪੈਸਿਟੀ ਨਹੀਂ ਹੁੰਦੀ। ਅਗਰ ਇਹ ਤੁਹਾਡੇ ਇਲਾਕੇ 'ਚ, ਮੈਂ ਇਸ ਤੇ ਗੱਲ ਹੀ ਕਰ ਰਿਹਾ ਕਿ ਸੋਚ ਦੱਸ ਰਿਹਾ ਤੁਹਾਨੂੰ ਕਿ ਤੁਸੀਂ ਇੱਕ ਵੱਡੇ ਜ਼ਿੰਮੇਦਾਰ ਹੋ, ਅੱਛਾ ਬਾਂਸ ਦਾ ਕੰਮ ਕਰ ਰਹੇ ਹੋ, ਕਿ ਅਗਰ 150 ਜ਼ਿੰਮੇਦਾਰ ਮਿਲ ਕੇ ਇੱਕ ਸੋਚ ਪੈਦਾ ਕਰੇ ਕਿ ਇੱਕ ਅੱਛੀ ਫੈਕਟਰੀ, ਜਿਹੜੇ ਚਾਹੇ ਤੁਸੀਂ ਇਹਨਾਂ ਵਪਾਰੀਆਂ ਨਾਲ ਹੀ ਗੱਲ ਕਰਕੇ ਜਾਂ ਭੱਟੀ ਵਾਲਿਆਂ ਨਾਲ, ਮਾਲਕਾਨ ਨਾਲ ਗੱਲ ਕਰਕੇ ਇੱਕ ਅੱਛੀ ਫੈਕਟਰੀ ਲਗਵਾਓ ਜਿਹਦੇ ਅੰਦਰ ਇਹਦੀ ਹਰ ਚੀਜ਼ ਤੁਹਾਡੀ ਇਸਤੇਮਾਲ ਹੋਏ। ਜਿਹੜੇ ਇਹਦੇ ਪੱਤੇ ਪਏ ਨੇ, ਇਹ ਪੱਤੇ ਵੀ ਦੀ ਖਾਦ ਬਣ ਸਕਦੀ ਹੈ। ਇਹ ਜਿਹੜੀ ਡੰਡੀਆਂ ਜਿਹੜੀਆਂ ਕਿ ਤੁਸੀਂ ਸੱਟ ਦਿੰਦੇ ਹੋ, ਇਹ ਡੰਡੀਆਂ ਵੀ ਉੱਥੇ ਇਸਤੇਮਾਲ ਹੋ ਸਕਦੀਆਂ ਨੇ। ਹਰ ਚੀਜ਼ ਜਿਹੜੀ ਹੈ ਵਿੱਚ ਇਸਤੇਮਾਲ ਹੋਏ। ਦੁਨੀਆ 'ਚ ਇਹਦੇ ਜਨਾਬ ਇਹਨਾਂ ਦੇ ਬਰਤਨ ਬਣਦੇ ਨੇ, ਇਹਨਾਂ ਦੀ ਜਨਾਬ ਇਹਨਾਂ ਦੇ ਅੰਦਰ ਖਾਣੇ ਪਕਾਏ ਜਾਂਦੇ ਨੇ, ਇਹਨਾਂ ਡੈਕੋਰੇਸ਼ਨ ਪੀਸ ਬਣਦੇ ਨੇ। ਤੇ ਇਸ ਬਾਰੇ ਕੋਈ ਸੋਚੋਗੇ ਜ਼ਰਾ, ਇਸ ਬਾਰੇ ਕੋਈ ਮਸ਼ਵਰਾ ਕਰੋਗੇ ਆਪਸ ਵਿੱਚ ਤੁਸੀਂ? ਜੀ ਇਨਸ਼ਾਅੱਲਾ ਮਸ਼ਵਰਾ ਕਰਾਂਗੇ, ਵਪਾਰੀਆਂ ਨਾਲ ਕਰਦੇ ਆ ਮਸ਼ਵਰਾ। ਇਹ ਸੇਠ ਨੂੰ ਪੈਸੇ ਵਾਲੇ ਬੰਦੇ ਨੇ। ਠੀਕ ਹੈ। ਤੇ ਇਹ ਕੋਈ ਹੈਲਪ ਕਰਸਨ ਸਾਡੀ ਤਾਂ ਅਮਨ ਕਰ, ਅੱਗੋਂ ਇਹ ਵਪਾਰੀ ਜਿਹੜੇ ਨੇ ਬਤਾਏ ਜਿਵੇਂ ਕਰਦੇ ਨੇ, ਜ਼ਮੀਨਦਾਰ ਨੂੰ ਪੁੱਛਣਾ ਦੇ ਚੱਕਰ 'ਚ ਹੋਈ ਜਾਣ। ਤੇ ਕਿਉਂ ਨਾ ਕਿ ਜ਼ਿੰਮੇਦਾਰ ਤੇ ਵਪਾਰੀ ਮਿਲ ਕੇ, ਜਾਂ ਈਵਨ ਜ਼ਿੰਮੇਦਾਰ ਖੁਦ ਵੀ ਆਪਣੇ ਜ਼ਰੀਏ ਨਾਲ, ਕਿਉਂਕਿ ਅਗਰ ਤੁਸੀਂ ਇਹ ਸੋਚੋਗੇ, ਨੈਟ ਤੇ ਸਰਚ ਕਰੋਗੇ ਤੇ ਬਹੁਤ सी ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਤੇ ਇਸ ਬਾਰੇ ਜ਼ਰੂਰ ਮਸ਼ਵਰਾ ਕਰੋ। ਤੇ ਤੁਸੀਂ ਤਕਰੀਬਨ ਇਹ ਤੁਹਾਡਾ ਪਰ ਏਕੜ ਕਿੰਨੀ ਆਮਦਨ ਹੋ ਜਾਂਦੀ ਹੈ? ਏਕੜ ਦੇ ਵੇਲੇ ਕਿੰਨੀ ਆਮਦਨੀ ਹੋ ਜਾਂਦੀ ਹੈ? ਇਹ ਜਨਾਬ ਫਸਲ ਅੱਛੀ ਹੋਵੇ ਤੇ 4-5 ਲੱਖ 6 ਲੱਖ 7 ਲੱਖ ਤਾਈਂ ਟੁਰ ਜਾਂਦਾ ਪਰ ਏਕੜ। ਠੀਕ ਹੈ। ਅਗਰ ਫਸਲ ਥੋੜੀ, ਇਹਦਾ ਮਤਲਬ ਹੈ ਕਿ ਲੱਖ ਰੁਪਇਆ ਪਰ ਏਕੜ ਜਿਹੜਾ ਨਾ, ਪਰ ਕਨਾਲ, ਪਰ ਸਾਲਾਨਾ ਜਿਹੜਾ ਤੁਹਾਨੂੰ
जी ठीक है, मतलब साल 7 महीने के 4 साल बाद समझ लो 50,000 ਲੱਖ रुपए ਜਿਹੜਾ एकड़ दे कनाल दे देंगे। कनाल दे देंगे। चलो जी, बहुत शुक्रिया, बड़ी मेहरबानी जी। फैसल भाई, हम बात कर रहे थे कि ये जैसे ये बांस कटता है, काटा जाता है, तो इसके साथ ये सोटियां जो हैं ये वेस्ट हो जाती हैं और ये ज़रा इस्तेमाल में नहीं आती, तो इसकी क्या वैल्यू एडिशन हो सकती है और इस वेस्ट से क्या बनाया जा सकता है? जी, इसमें मैं आपको ये बात बताऊं कि यहाँ पे चूँकि वैल्यू एडिशन का रिवाज नहीं है पाकिस्तान में, और वैल्यू एडिशन जो है वो आपकी हर चीज़ को कीमती कर देती है। आप आकर आटे का गट्टू एक लेके आते हैं और उसको अगर 1800 रुपये का लेके आए हैं, 50 रुपये या 100 रुपये रख के वही गट्टू आगे बेच देंगे तो 1900 का बिकेगा। अगर उसी गट्टू की रोटियां बना के बेचें तो 4000 की बिकेंगी जी। इसी तरह ये जो बारीक है ना, इस वक्त इसको जहाँ चाहे मोल्ड कर लें जी, ठीक है, और इसको मोल्ड करके तो इसके बेहतरीन डिज़ाइन बनाए जा सकते हैं। जब यहाँ पे कंस्ट्रक्शन का काम शुरू हुआ तो उसके अंदर एक तो वो जो स्प्लिट्स हैं उससे हम कंस्ट्रक्शन करते हैं और वो यूं समझ लें कि अभी ग्रे स्ट्रक्चर होता है और हम उसको फिनिश कर देते हैं, जबकि उस ग्रे स्ट्रक्चर के ऊपर जब इस तरह की ये वेस्ट है जी, ये इसको फेंक देते हैं और लोग जलाने के लिए इसको लेकर चले जाते हैं। ठीक है, जबकि अगर वैल्यू एडिशन किया जाए तो यही वेस्ट जो है ये जब एक दूसरे के साथ मिल के आएगी तो इसको बेंड करना आसान है, इसके डिज़ाइन बनाना आसान है, इसकी डिज़ाइनिंग खूबसूरत हो जाएगी। और वो जो हम हट्स बना रहे हैं या फार्म हाउस डिज़ाइनिंग का काम कर रहे हैं या गजीबोज बना रहे हैं और कैनोपीज बना रहे हैं, तो उसके अंदर ये बड़ी अच्छी, ये बड़ी खूबसूरत, ये देखें ना, ये 10-15 छोटियां पकड़ी हैं, अगर इसको जोड़ दें आपस में और इसकी फेंस बना दें तो ये बेहतरीन बाड़ बनती है। बाड़ भी और बड़ी ये बाड़ अच्छी बनती है, अभी मोल्ड हो सकती है, बेहतरीन तरह से डिजाइन हो सकती है, इसकी स्ट्रेंथ भी बड़ी अच्छी हो जाती है जी। लेकिन यही अगर सोटी जो है, अगर हम इसको यहाँ पे दिखाएं, इसको अगर मोड़ें तो इसको जब मोड़ेंगे खुश्क हो गई, ये टूट जाएगी। तो इससे ये है कि ये एक बहुत वैल्यूएबल चीज है कि अगर हम इसको, जब ग्रीन है तो ये वैल्यूएबल है, ये इसको ऐसे करेंगे तो ये टूट जाएगी। तो आज अगर इसको, ये जो बागात के मालकान है, जंगलात के मालकान है, अगर इसकी वैल्यू एडिशन करें तो इस सोटी को भी जो वेस्ट हो रही है इसको भी यूज कर सकते हैं। तो मैं दावत देता हूँ नौजवान बच्चों को जो कि यूनिवर्सिटियों के स्टूडेंट्स हैं, इस बांस के इन बागात पे आएँ, आके इसके ऊपर रिसर्च करें और इस बांस के इस स्ट्रक्चर को, ये आपको नज़र आ रहा है, इससे बेहतरीन आप गिफ्ट आइटम्स बना सकते हैं। इसके अंदर बैम्बू बिरयानी पकाई जाती है, इसके अंदर बेहतरीन किस्म के आप गिफ्ट आइटम बना सकते हैं और इसके तमाम फर्नीचर और चीज़ें इसकी पकती हैं जनाब। तो हाज़िर है जनाब आपको आज का जो प्रोग्राम था बांस के बारे में। अस्सलाम वालेकुम।